ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕੀ ਤੰਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਮੁਲਾਜ਼ਮਾਂ ਲਈ ਬਾਕਾਇਦਾ ਲਿਖਤੀ ਸਰਵਿਸ ਰੂਲਸ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਸਮੇਂ-ਸਮੇਂ ਅੰਤਰਿਕ ਕਮੇਟੀ ਦੁਆਰਾ ਲੋੜ ਅਨੁਸਾਰ ਤਬਦੀਲੀ ਕੀਤੀ ਜਾਂਦੀ ਰਹੀ ਹੈ। ਨਵੀਆਂ ਨਿਯੁਕਤੀਆਂ ਲਈ ਨਿਯਮ ਨਿਰਧਾਰਤ ਕੀਤੇ ਜਾਂਦੇ ਹਨ, ਪਰੰਤੂ ਨਿਯਮ ਉਪ ਨਿਯਮਾਂ ਵਿੱਚ ਕੋਈ ਵੱਡੀ ਤਬਦੀਲੀ ਜਨਰਲ ਹਾਊਸ ਹੀ ਵਿਧੀ ਅਨੁਸਾਰ ਬਦਲਣ ਦਾ ਅਧਿਕਾਰੀ ਹੈ। ਸ਼੍ਰੋਮਣੀ ਕਮੇਟੀ ਦਾ ਨਿਯਮ ਨੰਬਰ 76 ਇਸ ਪ੍ਰਕਾਰ ਹੈ। ਕਿਸੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਦਾ ਕੋਈ ਨਜ਼ਦੀਕੀ ਸੰਬੰਧੀ ਉਸ ਗੁਰਦੁਆਰੇ ਵਿੱਚ ਜਾਂ ਸੰਬੰਧਿਤ ਆਸ਼ਰਮਾਂ ਜਾਂ ਜਾਇਦਾਦ ਦੇ ਪ੍ਰਬੰਧ ਆਦਿ ਵਿੱਚ ਮੁਲਾਜ਼ਮ ਨਹੀਂ ਰੱਖਿਆ ਜਾਵੇਗਾ। ਪਰ ਜੇ ਕਿਸੇ ਮੈਂਬਰ ਦਾ ਕੋਈ ਨਜ਼ਦੀਕੀ ਸੰਬੰਧੀ ਉਸ ਮੈਂਬਰ ਦੀ ਚੋਣ ਜਾਂ ਨਾਮਜ਼ਦਗੀ ਤੋਂ ਪਹਿਲੇ ਹੀ ਗੁਰਦੁਆਰੇ ਦਾ ਮੁਲਾਜ਼ਮ ਹੋਵੇ ਤਾਂ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਪ੍ਰਵਾਨਗੀ ਨਾਲ ਉਸ ਨੂੰ ਮੁਲਾਜ਼ਮਤ ਵਿੱਚ ਰਹਿਣ ਦੀ ਆਗਿਆ ਦੇ ਸਕਦੀ ਹੈ। ਸਰਵਿਸ ਰੂਲਸ ਦੀ ਵਿਆਖਿਆ 5 ਅਨੁਸਾਰ ਨਜ਼ਦੀਕੀ ਰਿਸ਼ਤੇਦਾਰ ਤੋਂ ਭਾਵ ਪਹਿਲੇ ਦਰਜੇ ਦੇ ਪਰਮ ਨਿਕਟੀ ਸਾਕਾਂ, ਪਿਤਾ, ਪੁੱਤਰ, ਭਰਾ, ਤਾਇਆ, ਭਤੀਜਾ, ਚਾਚੇ ਦਾ ਪੁੱਤਰ, ਤਾਏ ਦਾ ਪੁੱਤਰ, ਮਾਮਾ, ਮਾਸੜ, ਫੁੱਫੜ, ਭਣੇਵਾਂ, ਮਾਮੇ ਤੇ ਮਾਸੀ ਦਾ ਪੁੱਤਰ, ਸਹੁਰਾ ਤੇ ਜਵਾਈ, ਭਣਵਈਆ ਅਤੇ ਇਸੇ ਤਰ੍ਹਾਂ ਦੇ ਇਸਤਰੀ ਸਾਕਾਂ ਦੇ ਸੰਬੰਧਿਤ ਮੈਂਬਰ ਜਾਂ ਮੁਲਾਜ਼ਮਾਂ ਦੀ ਸਿੰਘਣੀ ਦੇ ਇਸ ਤਰ੍ਹਾਂ ਦੇ ਸਾਕਾਂ ਤੋਂ ਹੈ। ਸ਼੍ਰੋਮਣੀ ਕਮੇਟੀ ਦੀ ਜਨਰਲ ਕਮੇਟੀ ਦੁਆਰਾ ਆਪਣੇ ਮਤਾ ਨੰਬਰ 15 ਮਿਤੀ 12 ਨਵੰਬਰ 2002 ਰਾਹੀਂ ਕੀਤੀ ਤਰਮੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਨਿਯਮ ਉਪ ਨਿਯਮਾਂ ਦੀਆਂ ਆਈਟਮ ਨੰਬਰ 76 ਵਿੱਚ ਨਿਯਮ ਉਪ ਨਿਯਮਾਂ ਵਿੱਚ ਕੀਤੀ ਤਬਦੀਲੀ ਨਿਯਮ ਨੰਬਰ 121 ਦੇ ਵਿਰੁੱਧ ਹੈ। ਅੱਜ ਦਾ ਇਹ ਜਨਰਲ ਇਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਅਤੇ ਪ੍ਰਵਾਨ ਹੋਏ ਨਿਯਮ ਉਪ ਨਿਯਮਾਂ ਵਿੱਚ ਤਰਮੀਮ ਕਰਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੁਲਾਜ਼ਮਾਂ ਦੀ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਟਰੱਸਟ, ਐਜੂਕੇਸ਼ਨ ਅਦਾਰਿਆਂ ਵਿੱਚ ਪਹਿਲਾਂ ਰੱਖੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਲੋੜ ਅਨੁਸਾਰ ਅੱਗੇ ਟਰੱਸਟਾਂ ਅਤੇ ਐਜੂਕੇਸ਼ਨ ਅਦਾਰਿਆਂ ਵਿੱਚ ਮੈਂਬਰਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੈਰਿਟ ਦੇ ਆਧਾਰ ਤੇ ਰੱਖਣ ਦੀ ਪ੍ਰਵਾਨਗੀ ਦਿੰਦਾ ਹੈ। ਨੋਟ: ਪਰੰਤੂ ਮਤਾ ਨੰਬਰ 15 ਮਿਤੀ 12 ਨਵੰਬਰ 2002 ਦੀ ਪ੍ਰਵਾਨਗੀ ਦੇਣ ਸਮੇਂ ਨਿਯਮ ਨੰਬਰ 121 ਦੀ ਮਨਸ਼ਾ ਅਨੁਸਾਰ ਨਾ ਤਾਂ ਅੰਤਰਿਮ ਕਮੇਟੀ ਦੀ ਸਿਫਾਰਿਸ਼ ਅਤੇ ਨਾ ਹੀ ਜਨਰਲ ਇਕੱਤਰਤਾ ਸੱਦਣ ਵਾਲੇ ਏਜੰਡੇ ਵਿੱਚ ਇਸ ਦਾ ਕੋਈ ਜ਼ਿਕਰ ਹੈ। ਇਸ ਲਈ ਇਹ ਹੋਈ ਤਰਮੀਮ ਨਿਯਮਕ ਨਹੀਂ ਸਮਝੀ ਜਾ ਸਕਦੀ। ਸਿੱਖ ਗੁਰਦੁਆਰਾ ਐਕਟ 1925 ਦੀ ਦਫਾ 69 ਅਨੁਸਾਰ ਪ੍ਰਬੰਧਕ ਕਮੇਟੀ ਨੂੰ ਅਧਿਕਾਰ ਹੈ ਕਿ ਉਹ ਪ੍ਰਬੰਧ ਲਈ ਲੋੜੀਂਦੇ ਮੁਲਾਜ਼ਮ, ਉਹਨਾਂ ਦੇ ਅਹੁਦਿਆਂ ਦੀ ਗਿਣਤੀ, ਸੇਵਾ ਫਲ ਆਦਿ ਬਾਰੇ ਫੈਸਲਾ ਲੈ ਸਕਦੀ ਹੈ। ਇਸ ਲਈ ਆਰੰਭ ਕਾਲ ਤੋਂ ਹੀ ਇਹਨਾਂ ਦੀ ਪ੍ਰੋਵੀਜ਼ਨ ਨਿਯਤ ਕੀਤੀ ਜਾਂਦੀ ਹੈ। ਸਮੇਂ-ਸਮੇਂ ਮੁਲਾਜ਼ਮਾਂ ਦੀ ਗਿਣਤੀ ਵਿੱਚ ਵਾਧਾ ਕਰਨ ਬਾਰੇ ਬਕਾਇਦਾ ਸਭ ਕਮੇਟੀਆਂ ਘੋਖ ਕਰਦੀਆਂ ਸਨ ਅਤੇ ਵਾਧੂ ਮੁਲਾਜ਼ਮਾਂ ਦੀ ਤਨਖਾਹ ਆਦਿ ਬਾਰੇ ਗੁਰਦੁਆਰਾ ਫੰਡਾਂ ਦੀ ਗੁੰਜਾਇਸ਼ ਵੇਖੀ ਜਾਂਦੀ ਸੀ। ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਅੰਤਰਿਮ ਕਮੇਟੀ ਨੂੰ ਅਦਾਲਤ ਵੱਲੋਂ ਪ੍ਰਬੰਧਕ ਨਿਯੁਕਤ ਕਰਨ ਪਿੱਛੋਂ ਇਸ 5 ਸਾਲ ਦੇ ਕਾਲੇ ਦੌਰ ਵਿੱਚ ਨਿਯਮ, ਉਪ ਨਿਯਮ, ਸਰਵਿਸ ਰੂਲਸ ਅਤੇ ਪ੍ਰਬੰਧ ਸਕੀਮ ਨੂੰ ਨਜ਼ਰ ਅੰਦਾਜ਼ ਕਰਕੇ ਬੇਲੋੜੇ ਅਤੇ ਨਿਯਮਾਂ ਤੋਂ ਉਲਟ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਭਰਤੀ ਕੀਤੇ ਗਏ ਹਨ। ਸੰਨ 2010 ਵਿੱਚ ਕਮੇਟੀ ਮੈਂਬਰਾਂ ਨੂੰ 2-2 ਅਤੇ ਅੰਤਰਿਮ ਕਮੇਟੀ ਦੇ ਅਹੁਦੇਦਾਰਾਂ ਨੂੰ 4-4 ਮੁਲਾਜ਼ਮ ਭਰਤੀ ਕਰਾਉਣ ਦਾ ਕੋਟਾ ਅਲਾਟ ਕੀਤਾ ਗਿਆ ਸੀ। ਇਹ ਵਿਵਸਥਾ ਕਿਸੇ ਤਰ੍ਹਾਂ ਵੀ ਨਿਯਮਕ ਅਤੇ ਕਾਨੂੰਨ ਅਨੁਸਾਰ ਨਹੀਂ, ਪਰ ਇਸ ਦੇ ਚੱਲਦਿਆਂ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਪਰਿਵਾਰਕ ਮੈਂਬਰ ਹੀ ਭਰਤੀ ਕਰਾਏ। ਕੁਝ ਬਾਰਸੂਖ ਅਹੁਦੇਦਾਰਾਂ ਵਿਰੁੱਧ ਤਾਂ ਇਹ ਚਰਚਾ ਆਮ ਸੀ ਕਿ ਉਹ ਪੈਸੇ ਲੈ ਕੇ ਬੰਦੇ ਭਰਤੀ ਕਰਵਾਉਂਦੇ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਦਿਨ ਵਿੱਚ 8 ਰਾਗੀ ਜਥਿਆਂ ਦੀ ਡਿਊਟੀ ਲੱਗਦੀ ਹੈ, ਪਰੰਤੂ ਨਿਯੁਕਤ ਰਾਗੀ ਜਥਿਆਂ ਦੀ ਗਿਣਤੀ ਕਈ ਵਾਰ 40 ਤੋਂ 50 ਤੀਕ ਪੁੱਜ ਜਾਂਦੀ ਸੀ। ਇਸ ਬੇਲੋੜੀ ਭਰਤੀ ਵਿੱਚ ਰਾਗੀ ਜਥਿਆਂ ਦੁਆਰਾ ਲੱਖਾਂ ਰੁਪਏ ਖਰਚ ਕੇ ਭਰਤੀ ਹੋਣ ਦੀ ਆਮ ਚਰਚਾ ਸੀ। ਬੇਸ਼ੱਕ ਉਹ ਲਿਖਤੀ ਤਾਂ ਕਿਸੇ ਨੂੰ ਨਹੀਂ ਸੀ ਦਿੰਦੇ,
ਕਿਉਂਕਿ ਮੁਲਾਜ਼ਮਤ ਜਾਣ ਦਾ ਡਰ ਸੀ, ਪਰੰਤੂ ਕਈ ਵਾਰ ਉਹ ਆਪਣੀ ਪੀੜਾ ਦੱਸਣ ਤੋਂ ਗੁਰੇਜ਼ ਵੀ ਨਹੀਂ ਕਰਦੇ ਸਨ। ਕੀ ਪ੍ਰਬੰਧਕ ਇਸ ਦਾ ਸਪਸ਼ਟੀਕਰਨ ਦੇ ਸਕਦੇ ਹਨ ਕਿ ਇੰਨਾ ਵਾਧੂ ਬੋਝ ਗੁਰਦੁਆਰਾ ਫੰਡਾਂ ਤੇ ਕਿਸ ਦੇ ਇਸ਼ਾਰੇ ਤੇ ਪਾਇਆ ਗਿਆ? ਇਹ ਤਾਂ ਇੱਕ ਛੋਟੀ ਜੀ ਉਦਾਹਰਣ ਹੈ। ਖਿੱਦੋ ਨੂੰ ਫਰੋਲਣ ਤੇ ਅਣਗਿਣਤ ਲੀਰਾਂ ਨਿਕਲਣਗੀਆਂ। ਇਸ ਦਾ ਅੰਦਾਜ਼ਾ ਤਾਂ ਕੋਈ ਉੱਚ ਪੱਧਰੀਆ ਪੜਤਾਲੀਆ ਕਮਿਸ਼ਨ ਹੀ ਲਗਾ ਸਕੇਗਾ। ਟਰਸਟੀ ਮੈਂਬਰਾਂ ਦੇ ਪਰਿਵਾਰਕ ਜੀਆਂ ਨੂੰ ਮੁਲਾਜ਼ਮਤ ਦੇਣ ਅਤੇ ਭਾਰੀ ਤਨਖਾਹਾਂ ਦੇਣ ਵਿੱਚ ਜਥੇਦਾਰ ਕਿਰਪਾਲ ਸਿੰਘ ਜੀ ਬਡੂੰਗਰ ਵੀ ਪਿੱਛੇ ਨਹੀਂ ਰਹੇ। ਉਹਨਾਂ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਮੁਕਤ ਹੋ ਜਾਣ ਤੋਂ ਬਾਅਦ ਨਵੇਂ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਦੁਆਰਾ ਅੰਤਰੰਗ ਕਮੇਟੀ ਰਾਹੀਂ ਬਣਾਈ ਗਈ ਸਬ ਕਮੇਟੀ ਦੀ ਸਿਫਾਰਿਸ਼ ਤੇ ਜਥੇਦਾਰ ਬਡੂੰਗਰ ਦੁਆਰਾ ਭਰਤੀ ਕੀਤੇ ਗਏ ਸਾਰੇ ਮੁਲਾਜ਼ਮ ਨੌਕਰੀ ਤੋਂ ਫਾਰਗ ਕਰ ਦਿੱਤੇ ਹਨ ਅਤੇ ਕੇਸ ਹੁਣ ਹਾਈ ਕੋਰਟ ਤੱਕ ਪੁੱਜ ਚੁੱਕਾ ਹੈ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਉਸ ਦਾ ਰੱਬ ਹੀ ਰਾਖਾ। ਸਰਵਿਸ ਰੂਲ ਦਾ 7 ਭਾਗ ਐੜਾ ਅਨੁਸਾਰ ਜਦ ਤੱਕ ਖਾਸ ਤੌਰ ਤੇ ਅੰਤਰੰਗ ਕਮੇਟੀ ਕੋਈ ਫੈਸਲਾ ਨਾ ਕਰੇ, ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮ 24 ਘੰਟਿਆਂ ਦੇ ਮੁਲਾਜ਼ਮ ਸਮਝੇ ਜਾਣਗੇ ਅਤੇ ਪ੍ਰਧਾਨ ਸਾਹਿਬ ਦੀ ਆਗਿਆ ਤੋਂ ਬਿਨਾਂ ਉਹ ਕਿਸੇ ਕਿਸਮ ਦੀ ਹੋਰ ਨੌਕਰੀ ਜਾਂ ਕਾਰੋਬਾਰ ਨਹੀਂ ਕਰ ਸਕਣਗੇ। ਇਸ ਸਮੇਂ ਇਸ ਗੱਲ ਪਰ ਕਿਤਨਾ ਅਮਲ ਹੋ ਰਿਹਾ ਹੈ ਬਾਰੇ ਕਹਿਣ ਦੀ ਲੋੜ ਨਹੀਂ। ਦਫ਼ਤਰੀ ਸੇਵਾਦਾਰਾਂ ਤੋਂ ਬਿਨਾਂ ਬਾਕੀ ਸੇਵਾਦਾਰਾਂ ਦੀ ਡਿਊਟੀ ਦਿਨ ਵਿੱਚ 4 ਘੰਟੇ ਅਤੇ ਉਸ ਸਮੇਂ ਰਾਤ ਨੂੰ 4 ਘੰਟੇ ਨਿਯਤ ਹੁੰਦੀ ਸੀ ਅਤੇ ਮੌਜੂਦਾ ਮੁਲਾਜ਼ਮਾਂ ਦਾ ਜ਼ਿਕਰ ਕਰਨਾ ਬੇਅਰਥ ਹੈ। ਹੁਣ ਤਾਂ ਕਈ ਮੁਲਾਜ਼ਮਾਂ ਦੁਆਰਾ ਲੀਡਰਾਂ ਦੇ ਘਰਾਂ ਵਿੱਚ ਕੰਮ ਕਰਨ ਅਤੇ ਤਨਖਾਹਾਂ ਗੁਰਦੁਆਰਾ ਫੰਡਾਂ ਵਿੱਚੋਂ ਲੈਣ ਦੀ ਰਵਾਇਤ ਤਾਂ ਆਮ ਹੋ ਗਈ ਹੈ। ਇਸ ਪ੍ਰਥਾ ਨੂੰ ਰੋਕਣਾ ਮੌਜੂਦਾ ਕਿਸੇ ਪ੍ਰਧਾਨ ਦੇ ਵੱਸ ਨਹੀਂ। ਹੁਣ ਮੁਲਾਜ਼ਮਾਂ ਨੂੰ ਤਰੱਕੀਆਂ ਦੇਣ ਬਾਰੇ ਕੋਈ ਸੀਨੀਅਰਟੀ ਜਾਂ ਚੰਗੇ ਕੰਮ ਦੀ ਜਗ੍ਹਾ ਕੇਵਲ ਸਿਫਾਰਿਸ਼ ਹੀ ਚੱਲ ਰਹੀ ਹੈ। ਇਸ ਕਰਕੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਲੋੜ ਤੋਂ ਵਧੇਰੇ ਸਕੱਤਰਾਂ, ਐਡੀਸ਼ਨਲ ਮੀਤ ਸਕੱਤਰਾਂ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਕਾਰਨ ਪ੍ਰਬੰਧ ਵਿੱਚ ਬਹੁਤ ਵਿਗਾੜ ਪੈਦਾ ਹੋ ਗਿਆ ਹੈ। ਹੁਣ ਉੱਚ ਅਹੁਦਿਆਂ ਤੇ ਬਿਰਾਜਮਾਨ ਸਾਰੇ ਵਿਅਕਤੀ ਰਾਜਨੀਤਿਕ ਲੀਡਰਾਂ ਦੇ ਚਹੇਤੇ ਅਤੇ ਸਿਫਾਰਸ਼ੀ ਹਨ। ਇਹਨਾਂ ਦੀਆਂ ਤਰੱਕੀਆਂ ਅਤੇ ਨਿਯੁਕਤੀਆਂ ਮੈਰਿਟ ਦੇ ਆਧਾਰ ਤੇ ਨਹੀਂ ਕੀਤੀਆਂ ਜਾ ਰਹੀਆਂ। ਕਈ ਅਧਿਕਾਰੀ ਤਾਂ ਵਿਹਲੇ ਹੀ ਬੈਠੇ ਰਹਿੰਦੇ ਹਨ ਅਤੇ ਉਹਨਾਂ ਨੇ ਜੁੰਡਲੀਆਂ ਬਣਾਈਆਂ ਹੋਈਆਂ ਹਨ। ਇਹ ਸਾਰਾ ਕੁਝ ਸਿਆਸੀ ਦਬਾਅ ਹੇਠ ਹੋ ਰਿਹਾ ਹੈ ਅਤੇ ਪ੍ਰਧਾਨ ਸਾਹਿਬ ਵੀ ਕਈ ਵੇਰ ਬੇਬਸ ਨਜ਼ਰ ਆਉਂਦੇ ਹਨ, ਕਿਉਂਕਿ ਉਹਨਾਂ ਦੀ ਆਪਣੀ ਨਿਯੁਕਤੀ ਵੀ ਤਾਂ ਇਸੇ ਤਰ੍ਹਾਂ ਹੋਈ ਹੁੰਦੀ ਹੈ। ਬਹੁਤੇ ਵੱਡੇ ਮੁਲਾਜ਼ਮ ਤਾਂ ਟਰਸਟੀਆਂ ਦੇ ਆਪਣੇ ਪਰਿਵਾਰਕ ਮੈਂਬਰ ਹਨ। ਦਫ਼ਤਰੀ ਪ੍ਰਬੰਧ ਦਾ ਤਾਂ ਪੂਰਾ ਸਿਆਸੀਕਰਨ ਹੋ ਚੁੱਕਾ ਹੈ ਅਤੇ ਅਜਿਹੇ ਮਾਹੌਲ ਦੇ ਚੱਲਦਿਆਂ ਸਿੱਖ ਕੌਮ ਦੇ ਭਲੇ ਲਈ ਕੋਈ ਇੱਕ ਵੀ ਸਕਾਰਾਤਮਕ ਕੰਮ ਚੱਲਦਾ ਦਿਖਾਈ ਨਹੀਂ ਦਿੰਦਾ। ਹੁਣ ਆਵਾ ਹੀ ਉਤ ਗਿਆ ਹੈ। ਲੇਖਕ ਕੁਲਵੰਤ ਸਿੰਘ, ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ।